ਚਲੋ ਲੈਟਸ ਸਟਾਰਟ। ਮੈਂਸੂਰੇਸ਼ਨ ਦੇ ਵਿੱਚ ਆਪਣੇ ਕੋਲ 2 ਡਾਈਮੈਂਸ਼ਨਲ ਤੇ 3 ਡਾਈਮੈਂਸ਼ਨਲ ਜਿਓਮੈਟਰੀ ਆਉਂਦੀ ਹੈ। ਸਭ ਨੇ ਪੜਿਆ ਹੋਇਆ ਹੈ, ਜਿਹੜੇ ਬੱਚਿਆਂ ਨੇ 10th ਪਾਸ ਕੀਤੀ ਹੋਈ ਹੈ ਸਭ ਨੇ ਪੜਿਆ ਹੋਏਗਾ। 2 ਡਾਈਮੈਂਸ਼ਨਲ ਜਿਓਮੈਟਰੀ ਦੇ ਵਿੱਚ ਨਾਰਮਲੀ ਆਪਣੇ ਐਂਗਲ ਤੋਂ ਸਟਾਰਟ ਹੋ ਜਾਂਦੀਆਂ ਚੀਜ਼ਾਂ, ਐਂਗਲ, ਟ੍ਰਾਇੰਗਲ, ਸਕੁਅਰ, ਇਹ ਜਿਹੀਆਂ ਚੀਜ਼ਾਂ ਆਉਂਦੀਆਂ ਨੇ। 3 ਡਾਈਮੈਂਸ਼ਨਲ ਦੇ ਵਿੱਚ ਆਪਣੇ ਕੋਲ ਕਿਊਬ, ਕਿਊਬੋਇਡ, ਸਫੀਅਰ, ਕੋਨ, ਸਰਕਲ ਨਹੀਂ ਸੌਰੀ ਸਿਲੰਡਰ, ਇਹ ਆਉਂਦੀਆਂ ਨੇ ਚੀਜ਼ਾਂ। तो ਆਪਾਂ ਇਹ ਦੋ ਅਲੱਗ-ਅਲੱਗ ਪਾਰਟ ਸੇ ਪੜ੍ਹਨੀਆਂ ਨੇ। ਪਹਿਲਾ ਪਾਰਟ 2 ਡਾਈਮੈਂਸ਼ਨਲ ਜਿਓਮੈਟਰੀ ਦਾ ਹੈਗਾ ਤੇ ਉਸ ਤੋਂ ਬਾਅਦ ਦੂਸਰਾ ਪਾਰਟ 3 ਡਾਈਮੈਂਸ਼ਨਲ ਦਾ। ਬਿਲਕੁਲ ਬੇਸਿਕ ਲੈਵਲ ਤੋਂ ਸਟਾਰਟ ਕਰਾਂਗੇ ਤਾਂ ਕਿ ਸਭ ਨੂੰ ਇਹ ਸਮਝ ਆਏ, ਕਿਉਂਕਿ ਇਹ ਨਾਰਮਲੀ ਔਖਾ ਲੱਗਦਾ ਹੈ ਟੌਪਿਕ, ਬਟ ਇਹ ਔਖਾ ਹੈ ਨਹੀਂ ਟੌਪਿਕ ਬਹੁਤ ਈਜ਼ੀ ਹੈਗਾ ਇਹ। ਐਂਗਲ ਟਰਮੀਨੋਲੋਜੀ ਪਤਾ ਹੋਵੇ ਤੁਹਾਨੂੰ, ਐਂਗਲ ਕਿੰਨੀ ਤਰ੍ਹਾਂ ਦੇ ਹੁੰਦੇ ਨੇ। ਵੈਸੇ ਇਹ ਤਾਂ ਪਤਾ ਹੈ ਕਿ ਐਂਗਲ ਕੀ ਹੁੰਦਾ ਹੈਗਾ, जब अपन नापते 30 डिग्री एंगल, 40 डिग्री एंगल, 50 डिग्री, दो लाइनों के बीच वो आपस में किस तरीके नाल जुड़ियां हुई हैं। सो अगर 90 डिग्री तो छोटा एंगल हैगा तो उन्होंने ਆਪਾਂ ਕਹਿੰਦੇ ਹੁੰਦੇ ਆ एक्यूट एंगल। अगर 90 डिग्री ਦਾ ਹੈਗਾ ਪੂਰਾ ਇਸ ਤਰ੍ਹਾਂ राइट एंगल, ਜੇ 90 ਤੋਂ ਵੱਡਾ ਹੈਗਾ ਤਾਂ ऑब्ट्यूट एंगल। 170 ਇੱਕ ਟਰਮੀਨੋਲੋਜੀ ਹੋ ਗਈ। अगर वो सीधी लाइन बन जाता हैगा then स्ट्रेट, इसनू 180 डिग्री एंगल भी कह दो, स्ट्रेट लाइन कह दो या स्ट्रेट एंगल कह दो। उस तो बाद रिफ्लेक्स एंगल ਹੁੰਦਾ ਹੈਗਾ ਇਹਦਾ ਪੁੱਠਾ, ਆਊਟਰ एंगल, ਇਹਦਾ ਆਊਟਰ एंगल। और अगर सर्कल कंप्लीट हो जाए तो कंप्लीट एंगल मतलब ਆਪਾਂ ਇੱਥੋਂ ਸਟਾਰਟ ਹੋਏ ਚੱਲਦੇ ਚੱਲਦੇ। ਇਹ ਟਰਮੀਨੋਲੋਜੀ ਓਕੇ ਹੈ, ਇਹਦੇ ਵਿੱਚ ਤਾਂ ਕੋਈ ਚੱਕਰ ਨਹੀਂ, ਕੋਈ ਡਾਊਟ ਨਹੀਂ ਹੈਗਾ। ਸਰ ਰਿਫਲੈਕਸ ਐਂਗਲ ਹੁੰਦਾ ਹੈਗਾ ਇਹਦਾ ਆਪੋਜ਼ਿਟ। ਜਿਵੇਂ ਆਪਾਂ ਕੋਈ ਐਂਗਲ ਕੰਸੀਡਰ ਕਰ ਰਹੇ ਹੈਗੇ ਆ ਨਾ ਜਿਹੜਾ, ਉਹਦਾ ਪੁੱਠੀ ਡਾਇਰੈਕਸ਼ਨ ਦੇ ਵਿੱਚ। ਸਰ 180 ਤੋਂ ਵੱਡਾ ਹੁੰਦਾ ਨਾ ਹਮੇਸ਼ਾ ਰਿਫਲੈਕਸ। ਇਹ ਜ਼ਰੂਰੀ ਨਹੀਂ ਹੈ। ਜਿਹੜਾ ਉਹ ਕੁਐਸਚਨ ਬੋਲ ਰਹੇ ਹੈਗੇ ਜਾਂ ਜਿਹੜਾ ਉਹ ਉਹਨਾਂ ਨੇ ਕੋਈ ਸਿਚੁਏਸ਼ਨ ਦਿੱਤੀ ਹੋਏਗੀ ਨਾ, ਉਸ ਸਿਚੁਏਸ਼ਨ ਦੇ ਅਕੋਰਡਿੰਗਲੀ ਤੁਸੀਂ ਦੇਖਣਾ ਹੈਗਾ। उस सिचुएशन तो बाद जेड़ा एंगल बनेगा वो एंगल रिफ्लेक्स होएगा। मतलब हो सकता है वो ये चीज मांग रहे हों ते ਇਹਦਾ रिफ्लेक्स आ बने, मतलब वही 180 ਦਾ नॉर्मली ਹੁੰਦਾ है, बट ऐसी कोई कंडीशन है ब्लॉक के भी 180 ਤੋਂ ਵੱਡੇ नॉर्मली ਹੁੰਦਾ है। मैं कह रहा नॉर्मली 180 ਤੋਂ ਵੱਡਾ ਹੀ ਹੁੰਦਾ, बट ਇਹ ਕੋਈ ਜ਼ਰੂਰੀ ਨਹੀਂ ਹੈ। देन ਅੱਗੇ ਜੇ ਆਪਾਂ ਚੱਲੀਏ एंगल ਤੋਂ ਬਾਅਦ ਜਿਹੜੀ ਆਪਣੀ ਚੀਜ਼ ਆਂਦੀ ਹੈਗੀ ਹੈ ਉਹ ਆਂਦਾ ਹੈਗਾ ट्रायंगल। तीन लाइना जो आपस में जुड़ जांदियां ने ट्रायंगल बनता है। सबने सुनिया होया ट्रायंगल, सबको पता हुंदा हैगा। ट्रायंगल दी एक दो प्रॉपर्टीज जेहड़ियां तुहानू पता होणियां चाहिदियां ने। एक तां ओहदे तीनों एंगल्स दा सम 180 डिग्री हुंदा है। ट्रायंगल नूं तां ही कहंदे हैं क्योंकि ओहदे च तीन एंगल हुंदे हैं, 1 2 3। ओके, तीन एंगल ते तीन ही साइड्स हुंदियां ने और 3 वर्टेक्स ਹੁੰਦੀਆਂ ਨੇ। ਜਿਹੜੇ ਆ ਕੋਨੇ ਨੇ ਨਾ, ਇਹਨਾਂ ਨੂੰ ਕਹਿੰਦੇ ਆਪਾਂ वर्टेक्स। ਓਕੇ, ਟ੍ਰਾਇੰਗਲ ਦੇ तीनों एंगल्स ਦਾ ਸਮ 180 ਤੋਂ ਜ਼ਿਆਦਾ ਨਹੀਂ ਹੋ ਸਕਦਾ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਟ੍ਰਾਇੰਗਲ ਹੈ। ਇਹ ਗੱਲਾਂ ਸਭ ਨੂੰ ਪਤਾ ਨੇ, ਸਭ ਨੇ ਕੀਤੀਆਂ ਹੋਈਆਂ। ਹੁਣ ਟ੍ਰਾਇੰਗਲਸ ਨੂੰ ਕਿੰਨੇ ਹਿੱਸਿਆਂ 'ਚ ਆਪਾਂ ਵੰਡ ਸਕਦੇ ਹਾਂ ਜਾਂ ਟਾਈਪਸ ਆਫ ਟ੍ਰਾਇੰਗਲ ਕਹਿ ਲਓ। ਸਾਈਡ ਦੇ ਆਧਾਰ ਤੇ ਐਂਗਲ ਦੇ ਆਧਾਰ ਤੇ। ਸਾਈਡ ਦੇ ਆਧਾਰ ਤੇ ਜੇ ਆਪਾਂ ਵੰਡੀਏ ਤਾਂ ਜਿਹੜਾ ਟ੍ਰਾਇੰਗਲ तीनों साइड्स बराबर ਹੁੰਦੀਆਂ ਨੇ, ਇਕੁਇਲੇਟਰਲ ਟ੍ਰਾਇੰਗਲ ਸੁਣਿਆ ਹੋਇਆ ਸਭ ਨੇ। ਐਸਾ ਟ੍ਰਾਇੰਗਲ ਜਿਹਦੇ ਵਿੱਚ ਦੋ ਸਾਈਡਾਂ ਬਰਾਬਰ ਹੁੰਦੀਆਂ ਬਟ ਥਰਡ ਸਾਈਡ ਅਲੱਗ ਹੁੰਦੀ ਹੈ। ਥਰਡ ਟਾਈਪ ਇਹਨੂੰ ਆਈਸੋਸੇਲਸ ਕਹਿੰਦੇ ਆ। ਥਰਡ ਟਾਈਪ ਸਕੇਲਿੰਗ ਟ੍ਰਾਇੰਗਲ। ਸਕੇਲਿੰਗ ਟ੍ਰਾਇੰਗਲ ਕੀ ਹੁੰਦਾ ਹੈਗਾ, ਜਿਹਦੀਆਂ ਤਿੰਨੋਂ ਸਾਈਡਸ ਅਲੱਗ ਹੁੰਦੀਆਂ ਨੇ। ਓਕੇ, एंगल ਦੀ ਟਾਈਪ ਤੇ ਆ ਜਾਓ। ਐਂਗਲ ਦੇ ਆਧਾਰ ਤੇ ਆਪਾਂ ਕਿਵੇਂ ਵੰਡਦੇ ਹੈਗੇ ਆ, ਮਤਲਬ ਟ੍ਰਾਇੰਗਲ ਨੂੰ ਕੀ ਕਹਿ ਸਕਦੇ ਆ। ਰਾਈਟ ਐਂਗਲ ਟ੍ਰਾਇੰਗਲ। ਰਾਈਟ ਐਂਗਲ ਟ੍ਰਾਇੰਗਲ ਐਸਾ ਟ੍ਰਾਇੰਗਲ ਹੁੰਦਾ ਹੈ ਜਿਹਦੇ ਵਿੱਚ ਇੱਕ ਐਂਗਲ 90 ਡਿਗਰੀ, ਦੂਸਰਾ 90 ਡਿਗਰੀ ਹੋ ਸਕਦਾ ਹੈ, ਦੋ 90 ਡਿਗਰੀ ਦੇ ਹੋ ਸਕਦੇ ਨਹੀਂ ਹੋ ਸਕਦੇ, ਕਿਉਂਕਿ ਤਿੰਨਾਂ ਦਾ ਸਮ 180 ਆਣਾ ਹੈ ਤਾਂ ਇਹ ਦੋਨਾਂ ਦਾ ਮਿਲਾ ਕੇ 90 ਬਣੇਗਾ। ਸੋ ਇਹ ਦੋਨੋਂ ਐਕਿਊਟ ਐਂਗਲ ਟ੍ਰਾਇੰਗਲ ਹੋਣਗੇ। ਇਹ ਦੋਨੋਂ अगर एक 90 ਦਾ ਹੈ ਤਾਂ ਦੂਜੇ ਦੋਨੋਂ 70 ਛੋਟੇ ਹੋਣਗੇ 90 ਤੋਂ। एक्यूट एक्यूट एंगल ट्रायंगल कह देंगे ਇਹਨੂੰ।
ਇਹਦਾ ਮਤਲਬ ਹੈਗਾ ਕਿ ਇਹਦੇ ਸਾਰੇ ਦੇ ਸਾਰੇ ਜਿਹੜੇ ਐਂਗਲਸ ਨੇ ਉਹ 90 ਤੋਂ ਛੋਟੇ ਨੇ। ਓਬਟਿਊਜ਼ ਇਹਦਾ ਇੱਕ ਐਂਗਲ 90 ਤੋਂ ਵੱਡਾ ਹੈ। ਓਕੇ ਹੈ ਟਰਮੀਨੋਲੋਜੀ, ਇਹ ਟਰਮੀਨੋਲੋਜੀ ਦੀ ਕੋਈ ਪ੍ਰੋਬਲਮ ਨਹੀਂ ਆਪਾਂ ਨੂੰ। ਹੁਣ ਇਸ ਚੈਪਟਰ ਦੇ ਵਿੱਚ ਜਿਹੜਾ 2 ਡਾਈਮੈਂਸ਼ਨਲ ਜਿਓਮੈਟਰੀ ਹੈ ਜਾਂ ਮੈਂਸੂਰੇਸ਼ਨ ਪਾਰਟ 1 ਹੈ, ਇਹਦੇ ਵਿੱਚ ਏਰੀਆ ਤੇ ਪੈਰੀਮੀਟਰ ਇਹ ਦੋਨੋਂ ਚੀਜ਼ਾਂ ਆਪਾਂ ਕੱਢਣੀਆਂ ਹੁੰਦੀਆਂ। ਇਹ ਦੋਨਾਂ ਦੇ ਨਾਲ ਆਪਾਂ ਡੀਲ ਕਰਨਾ ਹੈ। ਜਿੰਨੀਆਂ ਵੀ ਅਲੱਗ-ਅਲੱਗ ਫਿਗਰਸ ਹੁੰਦੀਆਂ ਨੇ 2 ਡਾਈਮੈਂਸ਼ਨਲ ਜਿਓਮੈਟਰੀ 'ਚ, ਉਹਦਾ ਏਰੀਆ ਤੇ ਉਹਦਾ ਪੈਰੀਮੀਟਰ ਇਹਦੇ ਨਾਲ ਡੀਲ ਕਰਨਾ ਹੈ। ਸੋ ਸਭ ਤੋਂ ਪਹਿਲੀ ਗੱਲ ਤਾਂ ਪੈਰੀਮੀਟਰ ਕੀ ਹੁੰਦਾ ਹੈ। ਕੱਲੇ ਟ੍ਰਾਇੰਗਲ ਦੇ ਕੇਸ 'ਚ ਨਹੀਂ, ਕਿਸੇ ਵੀ ਫਿਗਰ ਦੇ ਕੇਸ ਦੇ ਵਿੱਚ ਪੈਰੀਮੀਟਰ ਦਾ ਮਤਲਬ ਹੁੰਦਾ ਹੈ ਉਹਦੀ ਆਊਟਰ ਬਾਉਂਡਰੀ। ਜਿਵੇਂ ਟ੍ਰਾਇੰਗਲ ਹੈ ਤਾਂ ਇਹਦੀ ਤਿੰਨੋਂ ਸਾਈਡਸ ਨੂੰ ਜੋੜ ਦੋ, A + B + C, ਮਤਲਬ ਆਰ ਲੈਂਥ ਪਲੱਸ ਆਰ ਲੈਂਥ। ਅਗਰ ਕੋਈ ਹੋਰ ਫਿਗਰ ਆ ਜਾਏਗੀ ਤਾਂ ਉਹਦੀ ਆਊਟਰ ਬਾਉਂਡਰੀ ਨੂੰ ਉਹਨੂੰ ਮੈਜ਼ਰ ਕਰ ਲਓ ਕਿੰਨੀ ਹੁੰਦੀ ਹੈ, ਉਹਨੂੰ ਆਪਾਂ ਪੈਰੀਮੀਟਰ ਕਹਿੰਦੇ ਹੈਗੇ ਆ ਜਾਂ ਫੈਂਸ ਕਹਿੰਦੇ ਹੈਗੇ ਆ। ਇਹ ਕਲੀਅਰ ਹੈ ਵਰਡ। ਸੋ ਜਿੱਥੇ ਵੀ ਪੈਰੀਮੀਟਰ ਆਏਗਾ ਉੱਥੇ ਆਪਾਂ ਉਹਨੂੰ ਸਾਈਡਸ ਨੂੰ ਐਡ ਕਰ ਦਾਂਗੇ। ਕਲੀਅਰ। ਸਰ ਹੈਰੋਨਸ ਕੁਝ ਚਾਹੁੰਦਾ ਹੈ? ਹਾਂਜੀ ਹੈਰੋਨਸ ਫਾਰਮੂਲਾ ਆਏਗਾ ਏਰੀਆ ਚਾਹੁੰਦਾ ਨਾ? ਆਏਗਾ। ਜਦੋਂ ਆਪਾਂ ਤਿੰਨੋਂ ਟ੍ਰਾਇੰਗਲਸ ਨੂੰ ਦੇਖਦੇ ਆ ਸੋ ਉਹਦੇ ਪੈਰੀਮੀਟਰਸ ਕੀ ਹੋਣਗੇ। ਇਹ ਕਿਹੜਾ ਹੈਗਾ ਇਕੁਇਲੇਟਰਲ। ਇਕੁਇਲੇਟਰਲ ਤਿੰਨੋਂ ਸਾਈਡ ਬਰਾਬਰ ਹੋਣਗੀਆਂ, ਸੋ 3 ਸਾਈਡ, ਸਾਈਡ ਪਲੱਸ ਸਾਈਡ ਪਲੱਸ ਸਾਈਡ, ਮਤਲਬ ਇਹ तीनों ही L होंगे। ये भी L होएगा, ये भी L है, ये भी L है, L है, A जो मर्जी मान लो, ਆਪਾਂ ਤਾਂ ਸਿਰਫ ਸਮਝਣਾ ਹੈ। ਜਿਹੜਾ ਆਈਸੋਸੇਲਸ ਹੋਏਗਾ ਉਹਦੇ ਵਿੱਚ ਵੀ ਕਰ ਲਵਾਂਗੇ 2L + B, ਇਹਦੇ ਵਿੱਚ ਤਿੰਨੋਂ ਅਲੱਗ। ਸਿੰਪਲ ਹੀ ਚੀਜ਼ ਹੈ। ਸਰ ਵੈਸੇ ਆਪਾਂ ਤਿੰਨਾਂ ਦਾ ਅਲੱਗ-ਅਲੱਗ ਵੀ ਪਲੱਸ ਕਰਾਂਗੇ, ਸਿਮਿਲਰ ਹੀ ਹੋ ਜਾਏਗਾ। ਉਹੀ ਗੱਲ ਆ ਜਾਏਗੀ ਨਾ, L + L + L 3L ਆ ਜਾਏਗਾ। ਠੀਕ ਹੈ, ਇੱਥੇ ਤੱਕ ਕਲੀਅਰ ਹੈ। ਇੱਥੇ ਤੱਕ ਕੋਈ ਵੀ ਐਵੇਂ ਦੀ ਚੀਜ਼ ਨਹੀਂ ਹੈ ਜਿਹੜੀ ਥੋੜੀ ਔਖੀ ਹੋਵੇ। ਹੁਣ ਆ ਜੀ ਆਪਾਂ ਏਰੀਆ ਤੇ। ਜਦੋਂ ਆਪਾਂ ਇੱਕ ਟ੍ਰਾਇੰਗਲ ਦਾ ਏਰੀਆ ਕੱਢਣਾ ਹੈ, ਸੋ ਟ੍ਰਾਇੰਗਲ ਦਾ ਏਰੀਆ ਜਾਂ ਸਕੁਅਰ ਦਾ ਏਰੀਆ ਜਾਂ ਕਿਸੇ ਵੀ ਚੀਜ਼ ਦਾ ਏਰੀਆ ਕੀ ਹੁੰਦਾ ਹੈ, ਉਹਨੇ ਜਗ੍ਹਾ ਕਿੰਨੀ ਆਕੂਪਾਈ ਕੀਤੀ ਹੈ। ਅੰਦਰ ਦੀ ਪੋਰਸ਼ਨ ਦਾ ਵੇਲੇ ਆਹ ਵਾਲੀ ਜਿਹੜੀ ਚੀਜ਼ ਇਹਨੂੰ ਆਪਾਂ ਏਰੀਆ ਕਹਿੰਦੇ ਆ। ਤੇ ਜਿਹੜੀ ਆਪ ਇੱਥੇ ਬੰਦਾ ਤੁਰਨ ਲੱਗ ਜੇ, ਇੱਥੇ ਤੱਕ ਗਿਆ, ਇੱਥੇ ਤੱਕ ਗਿਆ, ਇੱਥੇ ਤੱਕ ਆਇਆ, ਇਹਨੂੰ ਪੈਰੀਮੀਟਰ ਕਹਿੰਦੇ ਆ। ਦੋਨਾਂ 'ਚ ਫਰਕ ਹੁੰਦਾ ਹੈਗਾ, ਯੂਨਿਟ 'ਚ ਵੀ ਫਰਕ ਹੁੰਦਾ ਹੈਗਾ। ਸੋ ਏਰੀਆ ਕੀ ਆਏਗਾ ਟ੍ਰਾਇੰਗਲ ਦਾ, ਪਹਿਲਾਂ ਉਹਦਾ ਸੈਮੀ ਪੈਰੀਮੀਟਰ ਕੱਢ ਲਓ, ਤਿੰਨੋਂ ਸਾਈਡਸ ਨੂੰ ਐਡ ਕਰੋ, ਉਹ ਪੈਰੀਮੀਟਰ ਆ ਗਿਆ। ਪੈਰੀਮੀਟਰ ਡਿਵਾਈਡਡ ਬਾਈ 2 ਉਹਨੂੰ ਆਪਾਂ ਕਹਿੰਦੇ ਆ ਸੈਮੀ ਪੈਰੀਮੀਟਰ। ਓਕੇ, ਦੈਨ ਆ ਫਾਰਮੂਲਾ रूट ਦੇ ਵਿੱਚ s ਕੀ ਹੈ ਸੈਮੀ ਪੈਰੀਮੀਟਰ, then s - a s - b s - c, कुछ भी लिखो ना, नोट ना करो। ओके, ਇਹਨੂੰ ਫਾਰਮੂਲਾ लगाओ, ਤੁਹਾਡਾ आंसर आ जाएगा। एक एग्जांपल देख लीजिए जी। साइड ऑफ द ट्रायंगल ਜਿਹੜੀਆਂ ਨੇ ਨਾ ਇਹਦੇ 11 12 13 ਦਿੱਤੀਆਂ ਹੋਈਆਂ ਨੇ। ओके, पहला हमने सेमी पेरीमीटर कटिया 11 + 12 + 13 / 2 18 आ गया। हुन s की है 18 इनटू s - a कितना हैगा 11, s 18 - 11 7 आ गया। 18 - 12 18 - 13 ਉਹਨੂੰ ਸਕੁਅਰ ਰੂਟ ਦੇ ਵਿੱਚ ਲੈ ਜਾਓ। ਹੁਣ ਸਕੁਅਰ ਰੂਟ ਐਂਡ ਦੇ ਵਿੱਚ 105 ਆ ਗਿਆ। ਉਹਦੇ ਪੇਪਰ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਅਗਰ ਇਦਾਂ ਕੱਢਣਾ ਆਂਦਾ ਹੈ ਤਾਂ ਉਹਦੇ ਵਿੱਚ ਜਿਹੜਾ ਸਕੁਅਰ ਰੂਟ ਆਏਗਾ ਨਾ ਪੂਰਾ ਆਏਗਾ, ਅਪਰੋਕਸੀਮੇਟਲੀ ਨਹੀਂ ਹੋਏਗਾ ਉਹਦੇ ਵਿੱਚ। ਤਾਂ ਤੁਸੀਂ ਜਿਹੜੀ ਪੂਰੀ ਵੈਲਿਊ ਹੋਏਗੀ ਤੁਸੀਂ ਕੱਢ ਸਕਦੇ ਹੋ। ਠੀਕ, ਆਪਾਂ ਸਕੁਅਰ ਰੂਟ ਕੀਤਾ ਸੀਗਾ ਨਾ ਬੇਸਿਕ ਚ, ਤਾਂ ਇਹ ਆਪਣਾ ਆਨਸਰ ਹੋ ਜਾਏਗਾ। ਆਨਸਰ ਦੀ ਯੂਨਿਟ ਦਾ ਧਿਆਨ ਰੱਖਣਾ ਹੈ। ਜੋ ਤੁਹਾਨੂੰ ਇਹਦੀ ਯੂਨਿਟ ਦਿੱਤੀ ਹੋਏਗੀ ਉਹ ਯੂਨਿਟ ਸਕੁਅਰ ਦੇ ਵਿੱਚ ਆਨਸਰ ਹੋਏਗਾ। ਅਗਰ ਸਾਈਡ ਸੈਂਟੀਮੀਟਰ ਚ ਹੈ तो आंसर अपना सेंटीमीटर स्क्वायर होएगा। एरिया पेरीमीटर सेंटीमीटर या मीटर च आंदा हैगा, एरिया सेंटीमीटर स्क्वायर या मीटर स्क्वायर च आंदा हैगा। अगर ये मीटर च हुंदी साइड ता मीटर 1 मीटर दे विच कितने सेंटीमीटर हुंदे हैं 100। ठीक है, ये छोटी जी जिहड़ी कन्वर्जन है याद रखो। ओके है, इत्थे तक का कोई इशू नहीं हैगा।
किसी भी ट्रायंगल ਦਾ ਏਰੀਆ ਕੱਢਣਾ ਹੋਏ ਆਪਾਂ ਇਹ ਫਾਰਮੂਲਾ ਯੂਜ਼ ਕਰ ਸਕਦੇ ਹਾਂ ਇਹਨੂੰ ਹੀਰੋਨਸ ਫਾਰਮੂਲਾ ਕਹਿੰਦੇ ਆ ਆਪਾਂ ਜਿਹੜਾ ਆਪਾਂ ਲਗਾਉਂਦੇ ਆ ਨਾ s * s - a ਇਹ ਕਿਸੇ ਵੀ ट्रायंगल ਤੇ ਵੈਲਿਡ ਹੈ ਚਾਹੇ ਉਹ ਸਕੇਲਿਨ ਹੈ ਚਾਹੇ ਉਹ ਆਬਟਿਊਜ਼ ਹੈ ਚਾਹੇ ਉਹ ਐਕਿਊਟ ਹੈ ਐਨੀ ट्रायंगल ਵਿਦਆਊਟ ਐਨੀ ਕੰਡੀਸ਼ਨ ਕਲੀਅਰ ਹੈ ਜਿੱਥੇ ਤੁਹਾਨੂੰ ਕੁਝ ਵੀ ਹੋਰ ਨਾ ਮਿਲੇ ਉੱਥੇ ਇਹ ਵਾਲਾ ਫਾਰਮੂਲਾ ਲਗਾ ਦਿਓ ਤੇ ਤੁਹਾਡਾ ਆਨਸਰ ਆ ਜਾਏਗਾ ਨੈਕਸਟ ਜਿਹੜੀ ਟਰਮੀਨੋਲੋਜੀ ਯੂਜ਼ ਹੁੰਦੀ ਹੈ ਕਈ ਵਾਰੀ ਉਹਨੂੰ ਕਹਿੰਦੇ ਆਪਾਂ ਆਲਟੀਟਿਊਡ ਵੀ ਕਹਿੰਦੇ ਆ ਉਹਨੂੰ ਆਪਾਂ ਹਾਈਟ ਵੀ ਕਹਿੰਦੇ ਹੈਗੇ ਆ ਉਹਨੂੰ ਆਪਾਂ ਕਈ ਵਾਰੀ ਪਰਪੈਂਡੀਕੂਲਰ ਵੀ ਕਹਿ ਦਿੰਦੇ ਆ ਬਟ ਉਹਦਾ ਕਰੈਕਟ ਵਰਡ ਹੈ ਆਲਟੀਟਿਊਡ ਕੀ ਹੁੰਦਾ ਹੈਗਾ ਕਿ ਵਰਟੈਕਸ ਤੋਂ ਲੈ ਕੇ ट्रायंगल ਦੀ ਕਿਸੇ ਵੀ ਇੱਕ ਵਰਟੈਕਸ ਤੋਂ ਲੈ ਕੇ ਸਾਹਮਣੇ ਵਾਲੀ ਸਾਈਡ ਦੇ ਉੱਤੇ ਉਸ ਵਰਟੈਕਸ ਦੇ ਸਾਹਮਣੇ ਵਾਲੀ ਸਾਈਡ ਦੇ ਉੱਤੇ ਇੱਕ 90 ਡਿਗਰੀ ਤੇ ਲਾਈਨ ਬਣਾ ਦੋ ਜਿਹੜੀ ਲਾਈਨ ਬਣਾਣੀ ਹੈ ਉਹ 90 ਡਿਗਰੀ ਤੇ ਹੋਣੀ ਚਾਹੀਦੀ ਹੈ कोई भी वर्टेक्स रखो मैं इथों भी बना सकता अगर मैं इथों ऐसा बनाऊंगा ये 90 डिग्री से ये भी ऑल्टीट्यूड है एक ट्रायंगल ਦੇ ਵਿੱਚ ਤਿੰਨ ऑल्टीट्यूड हो सकते हैं ਇਹ ਕਿਸ ਤਰ੍ਹਾਂ ਦਾ ट्रायंगल है एक्यूट एंगल ट्रायंगल ਦੇ ਸਾਰੇ ऑल्टीट्यूड ਉਹਦੇ ਅੰਦਰ ਹੀ ਹੁੰਦੇ ਨੇ ਜਿਹੜਾ ਰਾਈਟ ਐਂਗਲ ट्रायंगल ਹੁੰਦਾ ਉਹਦੇ ਵਿੱਚ ਤਾਂ ਇੱਕ ਸਾਈਡ ਹੀ 90 ਡਿਗਰੀ ਤੇ ਹੁੰਦੀ ਹੈਗੀ ਹੈ ਠੀਕ ਹੈ ਜਿਹੜਾ ਆਬਟਿਊਜ਼ ਐਂਗਲ ट्रायंगल ਹੈ ਇਹ ਕਿਹੜਾ ट्रायंगल ਹੈ ਆਬਟਿਊਜ਼ ਐਂਗਲ ट्रायंगल ਇਹਦੇ ਵਿੱਚ ਜਿਹੜਾ ਇੱਥੋਂ ਦੀ ਆਪਾਂ ਐਲਟੀਟਿਊਡ ਡਰਾ ਕਰਾਂਗੇ ਉਹ ਦੇਖੋ ਇਹ ਤੋਂ ਬਾਹਰ ਚਲਾ ਗਿਆ ट्रायंगल ਤੋਂ ਵੀ ਬਾਹਰ ਜਾ ਕੇ ਗਿਰਦਾ ਹੈਗਾ ਕਿਉਂਕਿ ਆਪਾਂ ਇਹਦੇ ਅੰਦਰ 90 ਡਿਗਰੀ ਬਣਾ ਹੀ ਨਹੀਂ ਸਕਦੇ ਆ ਰਿਹਾ ਸਮਝ ਆ ਰਿਹਾ ਕੋਈ ਇਹਦੀ ਚੀਜ਼ ਤਾਂ ਨਹੀਂ ਜਿਹੜੀ ਕਿ ਆਪਣੇ ਸਿਰ ਦੇ ਉੱਪਰੋਂ ਲੰਗੀ ਹੈ ਸਿੰਪਲ ਹੀ ਚੀਜ਼ਾਂ ਸੀਗੀਆਂ ਚਲਿਏ ਕਿ ਫਿਰ ਹੁਣ ਏਰੀਆ ਆਫ ट्रायंगल ਤੇ ਫਿਰ ਵਾਪਸ ਆਈਏ ਕਿਉਂਕਿ ਹੁਣੀ ਆਪਾਂ ਅਲਟੀਟਿਊਡ ਦਾ ਕਨਸੈਪਟ ਕਰਕੇ ਆਏ ਹਾਂ ਹੀਰੋਨ ਫਾਰਮੂਲਾ ਪੁਰਾਣਾ ਹੋ ਗਿਆ ਹੀਰੋਨ ਫਾਰਮੂਲਾ ਉਦੋਂ ਵਰਤਣਾ ਹੈ ਜਦੋਂ ਕੁਝ ਵੀ ਹੋਰ ਨਹੀਂ ਹੈਗਾ ਜਦੋਂ ਆਪਣੇ ਕੋਲ ਇੱਕ ਅਲਟੀਟਿਊਡ ਦੇਤਾ ट्रायंगल ਦਾ क्वेश्चन ਦੇ ਵਿੱਚ ਉਹਨੇ ਅਲਟੀਟਿਊਡ ਦੀ ਵੈਲਿਊ ਦੇਤੀ ਮੰਨ ਲਓ ਇਹ 10 ਸੈਂਟੀਮੀਟਰ ਦੇਤਾ ਅਲਟੀਟਿਊਡ ਜਿਹੜੀ ਸਾਈਡ ਦੇ ਉੱਤੇ ਜਾ ਕੇ ਗਿਰਦਾ ਹੈਗਾ ਇਦਾਂ ਉਸ ਸਾਈਡ ਨੂੰ ਆਪਾਂ ਬੇਸ ਕਹਿੰਦੇ ਆ ਠੀਕ ਹੈ ਤਾਂ ਇਹਦਾ ਮਤਲਬ ट्रायंगल ਦੇ ਵਿੱਚ ਤਿੰਨ ਬੇਸ ਹੋ ਸਕਦੇ ਨੇ ਤੇ ਤਿੰਨ ਅਲਟੀਟਿਊਡ ਹੋ ਸਕਦੇ ਨੇ ਇਹ ਡਿਪੈਂਡ ਕਰਦਾ ਹੈ ਤੁਸੀਂ ਅਲਟੀਟਿਊਡ ਕਿਹਨੂੰ ਮੰਨ ਰਹੇ ਹੋ ਉਹਦੇ ਅਕੋਰਡਿੰਗਲੀ ਉਹਦੇ ਸਾਹਮਣੇ ਵਾਲਾ ਕੀ ਬਣ ਜਾਂਦਾ ਹੈ ਬੇਸ ਕਲੀਅਰ ਹੈ ਹੁਣ ਅਲਟੀਟਿਊਡ ਵੀ ਦਿੱਤਾ ਹੋਇਆ ਹੈ ਤੇ ਬੇਸ ਵੀ ਦਿੱਤਾ ਹੋਇਆ ਹੈ ਐਸੇ ਕੁਐਸਚਨ ਦੇ ਵਿੱਚ ਤੁਹਾਨੂੰ ਸਿੱਧਾ ਏਰੀਆ ਦਾ ਫਾਰਮੂਲਾ ਮਿਲ ਜਾਂਦਾ ਹੈਗਾ ਹਾਫ ਇਨਟੂ ਬੇਸ ਇਨਟੂ ਹਾਈਟ ਜਾਂ ਹਾਫ ਇਨਟੂ ਬੇਸ ਇਨਟੂ ਪਰਪੈਂਡੀਕੂਲਰ ਜਾਂ ਹਾਫ ਇਨਟੂ ਬੇਸ ਇਨਟੂ ਅਲਟੀਟਿਊਡ ਇਹ ਫਾਰਮੂਲਾ ਜ਼ਿਆਦਾ ਰੱਖਿਓ ਕਿਉਂਕਿ ਇਹ ਜ਼ਿਆਦਾ ਯੂਜ਼ ਹੁੰਦਾ ਹੈ ਜਿੱਥੇ ਵੀ ਰਾਈਟ ਐਂਗਲ ट्रायंगल ਆਇਆ ਉੱਥੇ ਜ਼ਿਆਦਾ ਲੱਗੇਗਾ ਕਿਉਂਕਿ ਉਹਦੇ ਚ ਆਲਰੇਡੀ ਇੱਕ ਅਲਟੀਟਿਊਡ ਹੁੰਦਾ ਹੈ ओके जिवें ये एग्जांपल है हुण पहले वाली एग्जांपल दे विच 9 इंच 18 इंच 13 इंच दी साइड्स ने ते 7 इंच दी ऑल्टीट्यूड हैगा तो ਇਹਦੇ ਵਿੱਚ अगर एरिया ਕੱਢਣਾ होगा तो ਆਪਾਂ ਕਿਵੇਂ ਕੱਢਾਂਗੇ 63 inches हाफ इनटू बेस इनटू परपेंडिकुलर तो 9 7 ਦਾ 63 ਇੰਚ ਸਕੁਅਰ ਆਨਸਰ ਆ ਜਾਏਗਾ ਇਹਦੇ ਵਿੱਚ ਆਪਾਂ ਨੂੰ ਹੀਰੋਨ ਫਾਰਮੂਲਾ ਲਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਅਲਟੀਟਿਊਡ ਦਿੱਤਾ ਹੋਇਆ ਅਗਰ ਅਲਟੀਟਿਊਡ ਨਾ ਦਿੱਤਾ ਹੁੰਦਾ ਫਿਰ ਹੀਰੋਨ ਫਾਰਮੂਲਾ ਉਹਦੇ ਚ ਕੀ ਹੋਏਗਾ 70 ਹੁਣ ਇਹਦੇ ਵਿੱਚ ਧਿਆਨ ਰੱਖਣਾ ਬੇਸ ਇਹੀ ਲੈਣਾ ਹੈ ਇਹ ਨਹੀਂ ਕਹਿਣਾ ਕਿ ਬੇਸ ਦਾ ਐਕਸਟੈਂਡ ਕਰਤਾ ਚਾਹੇ ਲੇਕਿन ਬੇਸ ਉਹੀ ਲਵਾਂਗੇ ਹਾਫ ਇਨਟੂ 10 ਇਨਟੂ 14 14 into 5 गुड एरिया ऑफ राइट ट्रायंगल मैं ਹੁਣੀ ਬੋਲ ਕੇ ਹਟਿਆ ਕਿ ਰਾਈਟ ਟ੍ਰਾਇੰਗਲ ਦੇ ਵਿੱਚ ਕੀ ਹੋਏਗਾ ਰਾਈਟ ਟ੍ਰਾਇੰਗਲ ਦੇ ਵਿੱਚ ਆਪਣੇ ਕੋਲ ਇੱਕ ਆਲਰੇਡੀ 90 ਡਿਗਰੀ ਦਾ ਐਂਗਲ ਆ ਜਾਂਦਾ ਹੈ ਸੋ ਇਹਦਾ ਮਤਲਬ ਪਰਪੈਂਡੀਕੂਲਰ ਜਾਂ ਹਾਈਟ ਇੱਕ ਆ ਗਈ ਉਹ ਜਿਹਦੇ ਤੇ ਗਿਰ ਰਿਹਾ ਉਹ ਬੇਸ ਆ ਗਿਆ तो ਇਹਦੀਆਂ ਜਿਹੜੀਆਂ ਦੋਨੋਂ ਸਾਈਡਸ ਨੇ ਇਹੀ ਹਾਈਟ ਇਨਟੂ ਬੇਸ ਬਣ ਜਾਂਦੇ ਅਗਰ ਮੈਂ ਦੇਖੋ ਇਧਰੋਂ ਦੇਖ ਰਿਹਾ ਐਵੇਂ
ਤਾਂ ਇਹ ਹਾਈਟ ਤੇ ਇਹ ਬੇਸ ਬਣ ਜਾਂਦਾ ਹੈ। ਅਗਰ ਮੈਂ ਨੀਚੋਂ ਦੇਖ ਰਿਹਾ ਇਹਨੂੰ ਤਾਂ ਉਹ ਹਾਈਟ ਤੇ ਉਹ ਬੇਸ ਬਣ ਜਾਂਦਾ ਹੈ। ਕੋਈ ਫਰਕ ਨਹੀਂ ਪੈਂਦਾ, ਤੁਸੀਂ ਜਿਹਨੂੰ ਮਰਜ਼ੀ ਦੋਨਾਂ ਦੇ ਵਿੱਚੋਂ ਹਾਈਟ ਜਾਂ ਬੇਸ ਮੰਨ ਲਓ, ਉਹਦਾ ਆਨਸਰ ਉਹੀ ਆਣਾ ਹੈ। ਬਿਕੋਜ਼ ਤੁਸੀਂ ਹਾਫ ਇੰਟੂ ਬੇਸ ਇੰਟੂ ਹਾਈਟ ਕਰਨਾ ਹੈ। ਹਾਫ ਇੰਟੂ 10 ਇੰਟੂ 5 ਕਰੋ ਜਾਂ ਹਾਫ ਇੰਟੂ 5 ਇੰਟੂ 10 ਕਰੋ, ਆਨਸਰ ਉਹੀ ਆਉਂਦਾ ਹੈਗਾ। ਜਿਹੜੀ ਥਰਡ ਸਾਈਡ ਹੁੰਦੀ ਹੈ ਇਹਨੂੰ ਕੀ ਕਹਿੰਦੇ ਆਪਾਂ? ਹਾਈਪੋਟੇਨਿਊਜ਼। ਇਹ ਤਿੰਨਾਂ ਦਾ ਆਪਸ ਵਿੱਚ ਰਿਲੇਸ਼ਨ ਕੀ ਹੁੰਦਾ ਹੈਗਾ? this square मतलब a square plus b square is equal to h square. x This is the Pythagoras theorem. b square plus b square. ਪਾਈਥਾਗੋਰਸ ਥਿਊਰਮ ਯਾਦ ਹੈ ਸਭ ਨੂੰ? Yes sir. ਕਈਆਂ ਨੂੰ ਨਹੀਂ ਯਾਦ ਹੋਏਗੀ। ਯਾਦ ਹੈ? ਨਹੀਂ ਯਾਦ, ਕੋਈ ਗੱਲ ਨਹੀਂ, ਇਹਨੂੰ ਯਾਦ ਕਰਨਾ ਹੈ। ਇਹ ਕੀ ਹੁੰਦੀ ਹੈ? ਹਾਈਪੋਟੇਨਿਊਜ਼ ਦਾ ਸਕੁਆਇਰ ਇਜ਼ ਇਕੁਅਲ ਟੂ ਦੋਨਾਂ ਦੇ ਸਕੁਆਇਰ ਦੇ ਸਮ ਦੇ ਬਰਾਬਰ ਹੁੰਦਾ ਹੈ। ਮਤਲਬ ਇਹਨਾਂ ਦੀ ਜਿਹੜੀ ਲੈਂਥ ਹੋਣਗੀਆਂ ਉਹ ਇਸ ਤਰ੍ਹਾਂ ਹੋਣਗੀਆਂ ਕਿ ਇਹਦਾ ਸਕੁਆਇਰ ਇਹ ਦੋਨਾਂ ਦੇ ਸਕੁਆਇਰ ਦੇ ਸਮ ਦੇ ਬਰਾਬਰ ਹੋਏਗਾ। ਮਤਲਬ ਇਹ ਦੋਨਾਂ ਨੂੰ ਸਕੁਆਇਰ ਕਰਾਂਗੇ ਤੇ ਐਡ ਕਰਾਂਗੇ। ਐਗਜ਼ਾਮਪਲ ਦੇਖ ਲੈਂਦੇ ਹਾਂ ਕਿ ਆਣ ਗਿਆ। ਠੀਕ ਹੈ, ਹੁਣ ਇਹਦੇ ਵਿੱਚ a square plus b square is equal to c square। ਇਹ ਕੁਝ ਹੈਗੇ ਨੇ ਪਾਈਥਾਗੋਰਸ ਟ੍ਰਿਪਲੇਟਸ। ਮਤਲਬ ਇਹ ਕੁਝ ਸਾਈਡਸ ਨੇ ਜਿਹੜੇ ਸਾਈਡ ਦੇ ਟ੍ਰਿਪਲੇਟਸ ਦੇ ਨਾਲ, ਦੋ ਹੁੰਦੇ ਤਾਂ ਪੇਅਰ ਕਹਿ ਦਿੰਦੇ, ਤਿੰਨ ਦਾ ਟ੍ਰਿਪਲੇਟਸ। ਇਹਨਾਂ ਨੂੰ ਯੂਜ਼ ਕਰਕੇ ਹਮੇਸ਼ਾ ਰਾਈਟ ਐਂਗਲ ਟ੍ਰਾਇੰਗਲ ਕੀ ਬਣੇਗਾ। ਤੁਸੀਂ ਇਹਨੂੰ ਕਿਸੇ ਨੂੰ ਵੀ ਕਰਕੇ ਦੇਖ ਲਓ। 10 ਦਾ ਸਕੁਆਇਰ ਕਿੰਨਾ ਹੁੰਦਾ? 100। ਕਿਹਦੇ ਬਰਾਬਰ ਹੋਏਗਾ? 64 plus 36। ਸਭ ਤੋਂ ਵੱਡੀ ਸਾਈਡ ਹਾਈਪੋਟੇਨਿਊਜ਼ ਹੋਏਗੀ ਤੇ ਬਾਕੀ ਦੋਨਾਂ ਚੋਂ ਕੋਈ ਵੀ ਬੇਸ ਤੇ ਪਰਪੈਂਡੀਕੂਲਰ। ਕਲੀਅਰ? ਇਹਨਾਂ ਨੂੰ ਅਗਰ ਯਾਦ ਕਰ ਸਕਦੇ ਹੋ ਤਾਂ ਵਧੀਆ ਗੱਲ ਹੈ, ਅਗਰ ਨਹੀਂ ਕਰ ਸਕਦੇ ਤਾਂ ਚਲੋ ਕੁਐਸਚਨ ਦੇ ਵਿੱਚ ਕੱਢ ਲਿਓ ਵੈਲਿਊ। ਯਾਦ ਕਰਨ ਨਾਲ ਇਹ ਹੋ ਜਾਂਦਾ ਕਿ ਥੋੜਾ ਜਿਹਾ ਫਟਾਫਟ ਕੁਐਸਚਨ ਹੋ ਜਾਂਦਾ। ਮਤਲਬ ਤੁਹਾਨੂੰ ਅਗਰ ਪੇਪਰ 'ਚ 5 ਤੇ 12 ਆਈ ਹੈ ਸਾਈਡ ਤਾਂ ਤੁਹਾਨੂੰ 5 ਸਕੁਆਇਰ ਪਲੱਸ 12 ਸਕੁਆਇਰ ਕਰਨ ਦੀ ਲੋੜ ਨਹੀਂ, ਤੁਹਾਨੂੰ ਵੈਸੇ ਹੀ ਪਤਾ ਹੋਏਗਾ 5 12 13 ਹੁੰਦਾ ਹੈਗਾ, ਤਾਂ ਤੀਸਰੀ ਸਾਈਡ 13 ਹੀ ਆਏਗੀ। ठीक, अगर कर सकते हो कर लो, कोई मैंडेटरी नहीं है। वैसे से जब आपको सॉल्व कर दें फिर पता ही लग जाता है। ठीक है, कोई वो नहीं है। टेबल जरूर याद करने पर। और तो फिर पता नहीं कैसे ज्यादा नहीं आता। नेक्स्ट टर्मिनोलॉजी आती है मीडियन। हले आप ट्रायंगल ते चल रहे हैं, इको शेप ते चल रहे हैं। अगली हले आएंगी ट्रायंगल ਦੇ ਵਿੱਚ ਮੀਡੀਅਨ ਕੀ ਚੀਜ਼ ਹੁੰਦੀ ਹੈਗੀ ਹੈ? ਮੀਡੀਅਨ ਉਹ ਲਾਈਨ ਹੁੰਦੀ ਹੈਗੀ ਹੈ ਜਿਹੜੀ ਵਰਟੈਕਸ ਨੂੰ ਸਾਹਮਣੇ ਵਾਲੀ ਸਾਈਡ ਦੇ ਅੱਧ 'ਚ ਜੁਆਇਨ ਕਰਦੀ ਹੈ, ਹਾਫ ਦੇ ਵਿੱਚ। ਜਿਵੇਂ ਇਹ ਲਾਈਨ ਇੱਥੋਂ ਸਟਾਰਟ ਕੀਤੀ, ਸਾਹਮਣੇ ਵਾਲੀ ਸਾਈਡ ਨੂੰ ਦੋ ਇਕੁਅਲ ਪਾਰਟਸ ਦੇ ਵਿੱਚ ਡਿਵਾਈਡ ਕਰਦੀ ਹੈਗੀ ਹੈ। सर ये ऑल्टीट्यूड नहीं होगा? ਨਹੀਂ, ਅਲਟੀਟਿਊਡ ਕਿਉਂ ਹੋ ਗਿਆ? ਅਲਟੀਟਿਊਡ ਜਿਹੜਾ ਹੁੰਦਾ ਹੈਗਾ ਉਹ ਸਾਹਮਣੇ ਵਾਲੀ ਸਾਈਡ ਤੇ 90 ਡਿਗਰੀ ਤੇ ਜਾ ਕੇ ਗਿਰਦਾ ਹੈਗਾ। ਹੁਣ ਅਗਰ ਤੁਹਾਡਾ ਟ੍ਰਾਇੰਗਲ ਕੁਝ ਇਸ ਤਰ੍ਹਾਂ ਦਾ ਹੋਵੇ, ठीक है वो 90 ਹੁਣ ਮੈਂ ਅਗਰ ਇਹਦੇ 90 ਡਿਗਰੀ ਬਣਾਉਣਾ ਹੈ ਤਾਂ ਮੈਂ ਇਦਾਂ ਬਣਾਉਂਗਾ, ਬਟ ਅਗਰ ਮੈਂ ਇਹਦੇ ਵਿੱਚ ਮੀਡੀਅਨ ਬਣਾਣੀ ਹੈ ਤਾਂ ਮੈਂ ਇਦਾਂ ਬਣਾਉਂਗਾ। कि मैं भी बना सकते हैं ऐसे? ਕਿਵੇਂ ਵੀ ਨਹੀਂ ਬਣਾ ਸਕਦੇ, ਉਹਦਾ Base ਤਰੀਕਾ ਨੂੰ ਹੈਗਾ। equal to parts Parts हाँ। divide। ਮੀਡੀਅਨ ਅਗਰ ਬਣਾਣੀ ਹੈ ਤਾਂ ਉਹ ਸਾਹਮਣੇ ਵਾਲੀ ਸਾਈਡ ਨੂੰ ਦੋ ਬਰਾਬਰ ਹਿੱਸਿਆਂ 'ਚ ਵੰਡੇਗੀ। 90 ਡਿਗਰੀ ਹੋਵੇ ਨਾ ਹੋਵੇ, ਇਟ ਡਸਨਟ ਮੈਟਰ। ਜਿਹੜਾ ਅਲਟੀਟਿਊਡ ਹੁੰਦਾ ਹੈਗਾ ਉਹ ਸਾਹਮਣੇ ਵਾਲੀ ਸਾਈਡ ਤੇ 90 ਡਿਗਰੀ ਦੇ ਉੱਤੇ ਗਿਰੇਗਾ ਜਾ ਕੇ। ਹੁਣ ਉਹ ਅੱਧ 'ਚ ਵੰਡ ਰਿਹਾ ਜਾਂ ਨਹੀਂ ਵੰਡ ਰਿਹਾ ਇਹ ਮੈਟਰ ਨਹੀਂ ਕਰਦਾ। ਇੱਕ ਜਿਹੜਾ ਆਪਣਾ ਇਕੁਇਲੇਟਰਲ ਟ੍ਰਾਇੰਗਲ ਹੁੰਦਾ ਹੈਗਾ ਉਹਦੀ ਪ੍ਰੋਪਰਟੀ ਹੁੰਦੀ ਹੈ ਕਿ ਉਹਦੇ ਵਿੱਚ ਮੀਡੀਅਨ ਤੇ ਅਲਟੀਟਿਊਡ ਸੇਮ ਹੀ ਹੁੰਦੇ ਨੇ। ਮਤਲਬ ਜਿਹੜੀ ਮੀਡੀਅਨ ਹੁੰਦੀ ਹੈ ਉਹੀ ਉਹਦੇ ਵਿੱਚ ਅਲਟੀਟਿਊਡ ਹੁੰਦਾ ਹੈਗਾ। ਸੋ ਇਹਦੇ ਤੇ ਬੇਸਡ ਕੁਐਸਚਨ ਆਂਦਾ ਇਸ ਪ੍ਰੋਪਰਟੀ ਤੇ। ਇੱਕ ਇਕੁਇਲੇਟਰਲ ਟ੍ਰਾਇੰਗਲ ਹੈ, ਇਕੁਇਲੇਟਰਲ ਟ੍ਰਾਇੰਗਲ ਦੇ ਵਿੱਚ ਤਿੰਨੋਂ ਸਾਈਡਾਂ ਬਰਾਬਰ ਹੁੰਦੀਆਂ। ਸੋ ਇਹਦੇ ਵਿੱਚ ਮੈਂ ਚਾਹੇ ਮੀਡੀਅਨ ਬਣਾਵਾਂ ਚਾਹੇ ਮੈਂ ਅਲਟੀਟਿਊਡ ਬਣਾਵਾਂ ਉਹ ਇੱਕੋ ਗੱਲ ਹੁੰਦੀ ਹੈ, ਕਿਉਂਕਿ ਇਹ 90 ਡਿਗਰੀ ਤੇ ਵੀ ਹੋਏਗਾ ਤੇ ਇਹ ਸਾਹਮਣੇ ਵਾਲੀ ਸਾਈਡ ਨੂੰ ਦੋ ਬਰਾਬਰ ਹਿੱਸਿਆਂ 'ਚ ਵੀ ਵੰਡੇਗਾ। ਇਹ ਪ੍ਰੋਪਰਟੀ ਯਾਦ ਰੱਖਿਓ, ਇਹ ਜ਼ਿਆਦਾ ਇੰਪੋਰਟੈਂਟ ਹੈ। ओके, इतना क्लियर है। चलिए आगे। इक्विलेटरल ट्रायंगल जेड़ा हुंदा हैगा, दो फार्मूले कर चुके हैं आप एरिया दे, हुणे थर्ड फार्मूला आ गया। अगर इक्विलेटरल ट्रायंगल आ जाता है
ਸੋ ਇਕੁਇਲੇਟਰਲ ਟ੍ਰਾਇੰਗਲ ਦਾ ਏਰੀਆ ਹੁੰਦਾ ਹੈਗਾ √3/4 ਇਨਟੂ ਸਾਈਡ ਦਾ ਸਕੁਅਰ, ਜੋ ਵੀ ਉਹਦੀ ਸਾਈਡ ਹੋਏਗੀ, ਕਿਉਂਕਿ ਤਿੰਨੋਂ ਸਾਈਡਾਂ ਬਰਾਬਰ ਹੁੰਦੀਆਂ ਨੇ। ਸੋ ਅਗਰ ਸਾਈਡ 5 ਸੈਂਟੀਮੀਟਰ ਹੈ ਜਾਂ 10 ਸੈਂਟੀਮੀਟਰ ਹੈ, √3/4 ਇਨਟੂ ਸਾਈਡ ਸਕੁਅਰ। ਓਕੇ, ਹੁਣ ਇਹਦੇ ਵਿੱਚ ਨਾ ਇੱਕ ਇਹ ਫਾਰਮੂਲਾ ਦਿੱਤਾ ਹੋਇਆ ਹੈਗਾ, ਇਹ ਕੀ ਹੈਗਾ, ਪਰਪੈਂਡੀਕੂਲਰ, ਜੋ ਆਪਾਂ ਇਹਦੇ ਵਿੱਚ ਪਰਪੈਂਡੀਕੂਲਰ ਬਣਾਵਾਂਗੇ, ਆਲਟੀਟਿਊਡ ਬਣਾਵਾਂਗੇ, ਉਹਦਾ ਤੇ ਸਾਈਡ ਦਾ ਆਪਸ ਕੀ ਰਿਲੇਸ਼ਨ ਹੁੰਦਾ ਹੈ। ਅਗਰ ਤੁਹਾਨੂੰ ਪਰਪੈਂਡੀਕੂਲਰ ਦਿੱਤਾ ਹੋਇਆ ਹੈਗਾ ਤਾਂ ਤੁਸੀਂ ਸਾਈਡ ਕੱਢ ਸਕਦੇ ਹੋ, ਅਗਰ ਸਾਈਡ ਦਿੱਤੀ ਹੋਈ ਹੈ ਤਾਂ ਤੁਸੀਂ ਪਰਪੈਂਡੀਕੂਲਰ ਕੱਢ ਸਕਦੇ ਹੋ ਇਸ ਰਿਲੇਸ਼ਨ ਦੇ ਨਾਲ। ਪਰਪੈਂਡੀਕੂਲਰ √3/2 ਇਨਟੂ ਸਾਈਡ s। ਫਾਰਮੂਲੇ ਤੁਸੀਂ ਯਾਦ ਰੱਖਣੇ, ਫਾਰਮੂਲਾ ਯਾਦ ਰੱਖਣ ਦੇ ਲਈ ਹੁਣ ਆਪਾਂ ਕੋਈ ਆਪਸ਼ਨ ਨਹੀਂ ਹੈ। ਆਈਸੋਸੇलेस ट्रायंगल ਦਾ ਫਾਰਮੂਲਾ ਚਾਹੇ ਨਾ ਵੀ ਯਾਦ ਰੱਖੋ, ਕੋਈ ਇਹਦੇ, ਕਿਉਂਕਿ ਇਹ ਕੋਈ ਜਨਰਲ ਫਾਰਮੂਲਾ ਨਹੀਂ ਹੈਗਾ, ਇਹਦੇ ਵਿੱਚ ਸਿਰਫ ਇੱਕ ਪ੍ਰੋਪਰਟੀ ਹੈ ਜਿਹਦੇ ਤੇ ਬੇਸ ਇੱਕ ਵਾਰੀ ਕੁਐਸਚਨ ਆਇਆ ਸੀਗਾ, ਇਸੇ ਲਈ ਇਹਨੂੰ ਜਿਹੜਾ ਹੈਗਾ ਨਾ ਆਪਾਂ ਨੇ ਇਨਕਲੂਡ ਕੀਤਾ ਹੋਇਆ, ਅਦਰਵਾਈਜ਼ ਇਹ ਥੋੜਾ ਜਿਹਾ ਕਨਫਿਊਜ਼ਿੰਗ ਹੋ ਜਾਂਦਾ ਹੈ। ਕੀ ਚੀਜ਼ ਹੈਗੀ ਹੈ ਆਈਸੋਸੇलेस ट्रायंगल, ਕੀ ਹੁੰਦਾ ਹੈਗਾ, ਜਿਹਦੀਆਂ ਦੋ ਸਾਈਡਸ ਬਰਾਬਰ ਹੁੰਦੀਆਂ ਨੇ, ਤੀਸਰੀ ਨਹੀਂ ਹੁੰਦੀ। ਹੁਣ ਮੰਨ ਲਓ ਇਹ ਦੋਨੋਂ ਸਾਈਡ ਬਰਾਬਰ ਹੈ, a ਤੇ a, ਠੀਕ ਹੈ। ਅਗਰ ਮੈਂ ਇਹ ਜਿਹੜੀਆਂ ਦੋਨੋਂ ਸਾਈਡ ਬਰਾਬਰ ਨੇ, ਇਹਨਾਂ ਦੀ ਵਰਟੈਕਸ ਤੋਂ ਸਾਹਮਣੇ ਵਾਲੀ ਸਾਈਡ ਦੇ ਉੱਤੇ ਪਰਪੈਂਡੀਕੂਲਰ ਬਣਾਉਂਗਾ ਤਾਂ ਉਹ ਹਾਫ ਦੇ ਵਿੱਚ ਡਿਵਾਈਡ ਕਰੇਗੀ, ਸਿਰਫ a ਵਾਲੀ ਵਰਟੈਕਸ ਤੋਂ। a ਵਾਲੀ ਵਰਟੈਕਸ ਤੋਂ ਤੇ a ਵਾਲੀ ਵਰਟੈਕਸ ਤੋਂ ਅਲੱਗ-ਅਲੱਗ ਹੋਣਗੇ, ਉਹਨੂੰ ਨਹੀਂ ਆਪਾਂ ਕੁਝ ਕਹਿ ਸਕਦੇ। ਬਟ ਅਗਰ ਮੈਂ ਜਿਹੜੀਆਂ ਦੋਨੋਂ ਸਾਈਡਸ ਬਰਾਬਰ ਨੇ, ਇਹ ਦੋਨੋਂ ਸਾਈਡਸ ਦੇ ਵਰਟੈਕਸ ਤੋਂ ਸਾਹਮਣੇ ਵਾਲੀ ਸਾਈਡ ਤੇ ਪਰਪੈਂਡੀਕੂਲਰ ਬਣਾਉਂਗਾ ਤਾਂ ਉਹ ਮੀਡੀਅਨ ਵੀ ਬਣ ਜਾਏਗੀ, ਮਤਲਬ ਉਹ ਅੱਧ ਚ ਵੀ ਕੱਟੇਗਾ। ਇਸ ਚੀਜ਼ ਨੂੰ ਆਪਾਂ ਯੂਜ਼ ਕਰਕੇ ਅੱਗੇ ਵੈਲਿਊ ਕੱਢ ਸਕਦੇ ਹਾਂ, ਮਤਲਬ ਇਹ ਪ੍ਰੋਪਰਟੀ ਯੂਜ਼ ਕਰਕੇ ਇਹਦਾ ਬੈਨੀਫਿਟ ਆਪਾਂ ਨੂੰ ਹੋ ਸਕਦਾ ਹੈਗਾ। ਆਪਾਂ ਪਾਈਥਾਗੋਰਸ ਥਿਊਰਮ ਲਗਾ ਕੇ ਅੱਗੇ ਏਰੀਆ ਕੱਢ ਸਕਦੇ ਹਾਂ। ਕੁਐਸਚਨ ਆਏਗਾ ਅੱਗੇ, ਫਿਰ ਆਪਾਂ ਇਸ ਚੀਜ਼ ਨੂੰ ਦੇਖ ਲਾਂਗੇ। ਬਸ ਤੁਸੀਂ ਇਹ ਪ੍ਰੋਪਰਟੀ ਨੂੰ ਥੋੜਾ ਜਿਹਾ ਮਾਈਂਡ 'ਚ ਰੱਖਿਓ। ਹੁਣ ਇਹ ਕੁਐਸਚਨ ਕਰੋ ਫਟਾਫਟ।